ਸਤਿ ਸ੍ਰੀ ਅਕਾਲ। ਸਾਹਿਤਕ ਸੱਤ ਚੈਨਲ 'ਤੇ ਆਪ ਜੀ ਦਾ ਸਵਾਗਤ। ਮੈਂ ਹਾਂ ਹਰਮੀਤ ਕੌਰ। ਅੱਜ ਦੀ ਕਲਾਸ ਵਿੱਚ ਸਾਹਿਤ ਦੇ ਰੂਪ ਨਿਬੰਧ ਬਾਰੇ ਚਰਚਾ ਕਰਨ ਲਈ ਹਾਜ਼ਰ ਹੋਏ ਹਾਂ। ਪਰ ਇਸ ਤੋਂ ਪਹਿਲਾਂ ਕਿ ਚਰਚਾ ਸ਼ੁਰੂ ਕੀਤੀ ਜਾਵੇ, ਚੈਨਲ 'ਤੇ ਨਵੇਂ ਜੁੜੇ ਵਿਦਿਆਰਥੀ ਸਾਹਿਤਕ ਸੱਤ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ ਬੈਲ ਦਾ ਬਟਨ ਵੀ ਦਬਾ ਸਕਦੇ ਨੇ, ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਤੁਹਾਡੇ ਤੱਕ ਸਮੇਂ ਸਿਰ ਪੁੱਜਦੀਆਂ ਰਹਿਣ। ਅਤੇ ਨਾਲ ਹੀ ਚੈਨਲ ਦੀ ਪਲੇਲਿਸਟ ਦੇ ਵਿੱਚ ਜਾ ਕੇ ਤੁਸੀਂ ਆਪਣੀ ਕਲਾਸ ਦੇ ਨਾਲ ਸੰਬੰਧਿਤ ਪਲੇਲਿਸਟ ਨੂੰ ਖੋਲ੍ਹ ਕੇ ਉਸ ਵਿੱਚ ਹੁਣ ਤੱਕ ਜਾਰੀ ਕੀਤੀਆਂ ਗਈਆਂ ਲੈਕਚਰ ਲੜੀਆਂ ਵੀ ਸੁਣ ਸਕਦੇ ਹੋ, ਤਾਂ ਜੋ ਤੁਹਾਨੂੰ ਆਪਣੇ ਸਿਲੇਬਸ ਦੇ ਬਾਰੇ ਜਾਣਕਾਰੀ ਮਿਲ ਸਕੇ। ਸੋ ਆਓ ਜੁੜਦੇ ਹਾਂ ਅੱਜ ਦੀ ਕਲਾਸ ਦੇ ਨਾਲ। ਨਿਬੰਧ ਦੀ ਮੁੱਢਲੀ ਜਾਣ ਪਛਾਣ ਜਾਂ ਭੂਮਿਕਾ ਵਜੋਂ ਕਿਹਾ ਜਾ ਸਕਦਾ ਹੈ ਕਿ ਇਹ ਸਾਹਿਤ ਰੂਪ ਜੋ ਹੈ ਪੱਛਮੀ ਸਾਹਿਤ ਦੇ ਪ੍ਰਭਾਵ ਅਧੀਨ ਪੰਜਾਬੀ ਸਾਹਿਤ ਦੇ ਵਿੱਚ ਉਦੈ ਹੋਇਆ ਹੈ। ਨਿਬੰਧ ਦਾ ਅਰਥ ਜੋ ਹੈ ਇਹ ਸੰਸਕ੍ਰਿਤ ਭਾਸ਼ਾ ਦੇ ਮੂਲ ਧਾਤੂ ਬੰਧ ਦੇ ਨਾਲ ਨੀ ਅਗੇਤਰ ਲਾਉਣ ਦੇ ਨਾਲ ਇਸ ਸ਼ਬਦ ਦੀ ਉਤਪਤੀ ਹੋਈ ਹੈ। ਨਿਬੰਧ, ਜਿਸ ਨੂੰ ਕਿ ਅੰਗਰੇਜ਼ੀ ਦੇ ਵਿੱਚ ਐਸੇ ਵੀ ਕਿਹਾ ਜਾਂਦਾ ਹੈ, ਔਰ ਐਸੇ ਲੈਟਿਨ ਭਾਸ਼ਾ ਦੇ ਸ਼ਬਦ ਹੈ, ਔਰ ਜੋ ਐਗਜੀਸੀਅਸ ਭਾਵ ਯਤਨ, ਜਿਸ ਦਾ ਅਰਥ ਹੈ ਯਤਨ ਕਰਨਾ, ਭਾਵ ਨਿਬੰਧ ਦਾ ਮੂਲ ਅਰਥ ਬੰਨਣਾ, ਰੋਕਣਾ, ਯਤਨ ਕਰਨਾ, ਸੁਸੰਗਠਿਤ ਕਰਨਾ ਜਾਂ ਤਰਤੀਬ ਕਰਨਾ, ਭਾਵ ਜਦੋਂ ਕੋਈ ਲੇਖਕ ਜੋ ਹੈ ਆਪਣੇ ਵਿਚਾਰਾਂ ਨੂੰ ਇੱਕ ਲੜੀ ਦੇ ਵਿੱਚ ਤਰਤੀਬਵਾਰ ਬੰਨ੍ਹ ਕੇ ਪੇਸ਼ ਕਰਦਾ ਹੈ ਤਾਂ ਉਸ ਨੂੰ ਐਸੇ ਕਿਹਾ ਜਾਂਦਾ ਹੈ। ਵਿਦਵਾਨਾਂ ਨੇ ਐਸੇ ਸ਼ਬਦ ਨੂੰ ਪਰਿਭਾਸ਼ਿਤ ਕਰਦਿਆਂ ਹੋਇਆਂ ਆਪਣੀਆਂ ਜੋ ਪਰਿਭਾਸ਼ਾਵਾਂ ਦਿੱਤੀਆਂ ਹਨ, ਉਹਨਾਂ ਦੇ ਵਿੱਚ ਐਨਸਾਈਕਲੋਪੀਡੀਆ ਬ੍ਰਿਟੈਨਿਕਾ ਅਨੁਸਾਰ ਨਿਬੰਧ ਤੋਂ ਭਾਵ ਅਜਿਹੀ ਸਾਹਿਤਕ ਰਚਨਾ ਹੈ ਜੋ ਦਰਮਿਆਨੇ ਆਕਾਰ ਦੀ ਹੁੰਦੀ ਹੈ ਅਤੇ ਜਿਸ ਵਿੱਚ ਲੇਖਕ ਆਪਣੇ ਨਿੱਜੀ ਅਨੁਭਵ ਅਤੇ ਨਿੱਜੀ ਦ੍ਰਿਸ਼ਟੀਕੋਣ ਦੇ ਆਧਾਰ ਉੱਤੇ ਕਿਸੇ ਇੱਕ ਵਿਸ਼ੇ ਬਾਰੇ ਆਪਣੇ ਵਿਚਾਰ ਸਹਿਜ ਸੁਭਾਅ ਰੂਪ ਦੇ ਵਿੱਚ ਪ੍ਰਗਟ ਕਰਦਾ ਹੈ। ਆਸ਼ਾਨੰਦ ਵੋਰਾ ਅਨੁਸਾਰ ਨਿਬੰਧ ਗਦ ਵਿਧਾਨ ਦਾ ਉਹ ਰੂਪ ਹੈ ਜਿਸ ਵਿੱਚ ਸੰਸਾਰ ਦੇ ਕਿਸੇ ਵੀ ਪਦਾਰਥ ਜਾਂ ਪ੍ਰਸੰਗ ਦੇ ਵਿਸ਼ੇ ਦੇ ਅਨੁਰੂਪ ਤੇ ਸੁਚੱਜੀ ਸ਼ੈਲੀ ਵਿੱਚ ਅਭਿਵਿਅਕਤ ਕੀਤਾ ਜਾ ਸਕਦਾ ਹੈ ਅਤੇ ਇਸ ਵਿੱਚ ਲੇਖਕ ਦੀ ਸ਼ਖਸੀਅਤ ਲਾਜ਼ਮੀ ਤੌਰ 'ਤੇ ਝਲਕਣੀ ਚਾਹੀਦੀ ਹੈ। ਇਸ ਤੋਂ ਅੱਗੇ ਆ ਜਾਂਦਾ ਹੈ ਡਾਕਟਰ ਰਤਨ ਸਿੰਘ ਜੱਗੀ ਅਨੁਸਾਰ ਨਿਬੰਧ ਇੱਕ ਸੀਮਤ ਆਕਾਰ ਵਾਲੀ ਆਪਣੇ ਆਪ ਵਿੱਚ ਪੂਰਨ ਗਦ ਰਚਨਾ ਹੈ ਜਿਸ ਵਿੱਚ ਨਿਬੰਧਕਾਰ ਵਰਣਿਤ ਵਿਸ਼ੇ ਸੰਬੰਧੀ ਆਪਣਾ ਨਿੱਜੀ ਦ੍ਰਿਸ਼ਟੀਕੋਣ, ਵਿਚਾਰ ਅਤੇ ਤਜਰਬਾ ਸਰਲ, ਸਪਸ਼ਟ, ਸੁਹਿਰਦ ਅਤੇ ਦਲੀਲ ਭਰੇ ਰੂਪ ਦੇ ਵਿੱਚ ਪੇਸ਼ ਕਰਦਾ ਹੈ। ਇਸੇ ਤਰ੍ਹਾਂ ਡਾਕਟਰ ਜਾਨਸਨ ਨੇ ਨਿਬੰਧ ਨੂੰ ਪਰਿਭਾਸ਼ਿਤ ਕਰਦਿਆਂ ਹੋਇਆਂ ਕਿਹਾ ਹੈ ਕਿ ਨਿਬੰਧ ਮਨ ਦਾ ਬੇਲਗਾਮ ਵੇਗ ਹੈ। ਸੋ ਇਹਨਾਂ ਪਰਿਭਾਸ਼ਾਵਾਂ ਤੋਂ ਸਪਸ਼ਟ ਹੈ ਕਿ ਨਿਬੰਧ ਇੱਕ ਅਜਿਹਾ ਸਾਹਿਤ ਰੂਪ ਹੈ ਜਿਸ ਦੇ ਵਿੱਚ ਜੋ ਨਿਬੰਧਕਾਰ ਹੈ ਆਪਣੇ ਵਿਚਾਰਾਂ ਨੂੰ ਬੜੇ ਹੀ ਸਰਲ ਅਤੇ ਸੁਭਾਵਿਕ ਰੂਪ ਦੇ ਵਿੱਚ ਬੜੇ ਸੁਲਝੇ ਹੋਏ ਢੰਗ ਦੇ ਨਾਲ ਪੇਸ਼ ਕਰਨ ਦਾ ਯਤਨ ਕਰਦਾ ਹੈ। ਨਿਬੰਧ ਦੇ ਪ੍ਰਕਾਰ ਆ ਜਾਂਦੇ ਹਨ ਇਸ ਤੋਂ ਬਾਅਦ, ਕਿਉਂਕਿ ਨਿਬੰਧ ਜੋ ਹੈ ਕਈ ਤਰ੍ਹਾਂ ਦੇ ਹੁੰਦੇ ਹਨ। ਵਿਗਿਆਨਿਕ ਨਿਬੰਧ ਵੀ ਲਿਖੇ ਜਾਂਦੇ ਹਨ, ਮਨੋਵਿਗਿਆਨਿਕ ਨਿਬੰਧ ਵੀ ਹਨ, ਲਲਿਤ ਨਿਬੰਧ ਅਤੇ ਹਾਸਰਸੀ ਨਿਬੰਧ। ਜੋ ਵਿਗਿਆਨਿਕ ਨਿਬੰਧ ਹਨ ਇਹਨਾਂ ਦੇ ਵਿੱਚ ਡਾਕਟਰ ਕੁਲਦੀਪ ਧੀਰ ਦਾ ਨਾਮ ਜੋ ਹੈ ਉਹ ਖਾਸ ਹੈ। ਇਸੇ ਤਰ੍ਹਾਂ ਜੋ ਮਨੋਵਿਗਿਆਨਿਕ ਨਿਬੰਧ ਹਨ ਇਹਨਾਂ ਦੇ ਵਿੱਚ ਅਜੋਕੇ ਦੌਰ ਦੇ ਨਰਿੰਦਰਪਾਲ ਕਪੂਰ ਜੋ ਹਨ, ਉਹਨਾਂ ਦਾ ਨਰਿੰਦਰ ਸਿੰਘ ਕਪੂਰ, ਉਹਨਾਂ ਨੂੰ ਅਸੀਂ ਮਨੋਵਿਗਿਆਨਿਕ ਨਿਬੰਧਕਾਰਾਂ ਦੀ ਕੋਟੀ ਦੇ ਵਿੱਚ ਰੱਖ ਸਕਦੇ ਹਾਂ। ਇਸ ਤੋਂ ਬਾਅਦ ਆ ਜਾਂਦੇ ਹਨ ਲਲਿਤ ਨਿਬੰਧ, ਜੋ ਕਿ ਕੁਲਦੀਪ ਸੂਰੀ ਭਾਵ ਡਾਕਟਰ ਕੁਲਬੀਰ ਕਾਂਗ ਜੋ ਹਨ ਕੁਲਦੀਪ ਸੂਰੀ ਨੇ, ਡਾਕਟਰ ਕੁਲਬੀਰ ਕਾਂਗ ਜੋ ਹਨ ਉਹ ਲਲਿਤ ਨਿਬੰਧ ਦੇ ਰਚੈਤਾ ਹਨ, ਔਰ ਹਾਸਰਸੀ ਨਿਬੰਧ ਜੋ ਹਨ ਉਹ ਡਾਕਟਰ ਚਰਨ ਸਿੰਘ ਸ਼ਹੀਦ ਦੇ ਲਿਖੇ ਹੋਏ ਮਿਲਦੇ ਹਨ। ਇਸ ਤੋਂ ਅੱਗੇ ਆ ਜਾਂਦਾ ਹੈ ਨਿਬੰਧ ਦੇ ਪ੍ਰਮੁੱਖ ਤੱਤ, ਕਿਉਂਕਿ ਜਿੰਨੇ ਵੀ ਅਸੀਂ ਸਾਹਿਤ ਰੂਪ ਕੀਤੇ ਹਨ, ਭਾਵੇਂ ਉਹ ਕਾਵਿ ਰੂਪ ਸਨ ਪਿਛਲੇ ਜਾਂ ਫਿਰ ਹੁਣ ਅਸੀਂ ਵਾਰਤਕ ਜੋ ਸਾਹਿਤ ਰੂਪ ਕਰ ਰਹੇ ਹਾਂ, ਸਾਰਿਆਂ ਦੇ ਵਿੱਚ ਉਸ ਵਿਧਾ ਦੇ ਕੁਝ ਪ੍ਰਮੁੱਖ ਤੱਤ ਹੁੰਦੇ ਹਨ ਜਿਨ੍ਹਾਂ ਦੇ ਉੱਤੇ ਲੇਖਕ ਨੂੰ ਖਰਾ ਉਤਰਨਾ ਬੇਹੱਦ ਜ਼ਰੂਰੀ ਹੁੰਦਾ ਹੈ। ਸੋ ਨਿਬੰਧ ਦੇ ਪ੍ਰਮੁੱਖ ਤੱਤਾਂ ਦੇ ਵਿੱਚੋਂ ਸਭ ਤੋਂ ਅਹਿਮ ਤੱਤ ਜੋ ਹੈ ਉਹ ਹੈ ਬੁੱਧੀ ਅਤੇ ਭਾਵਾਂ ਦਾ ਸੁਮੇਲ,
ਕਿਉਂਕਿ ਨਿਬੰਧ ਜੋ ਹੈ ਇੱਕ ਅਜਿਹੀ ਰਚਨਾ ਹੈ ਜਿਸ ਦੇ ਵਿੱਚ ਬੁੱਧੀ ਅਤੇ ਭਾਵ ਇਹਨਾਂ ਦੋਹਾਂ ਦਾ ਸੁਮੇਲ ਹੋਣਾ ਬੇਹੱਦ ਜ਼ਰੂਰੀ ਹੈ। ਕਿਉਂਕਿ ਜੇਕਰ ਬੁੱਧੀ ਅਤੇ ਭਾਵਾਂ ਦਾ ਸੁਮੇਲ ਹੋਵੇਗਾ ਤਾਂ ਉਸ ਰਚਨਾ ਨੂੰ ਅਸੀਂ ਇੱਕ ਉਚੇਰੀ ਨਿਬੰਧ ਰਚਨਾ ਕਹਿ ਸਕਦੇ ਹਾਂ। ਇਸ ਤੋਂ ਬਾਅਦ ਆ ਜਾਂਦਾ ਹੈ ਵਿਅਕਤਿਤਵ ਜਾਂ ਸ਼ਖਸੀਅਤ। ਭਾਵ ਜੋ ਨਿਬੰਧਕਾਰ ਹੈ, ਜੋ ਰਚੈਤਾ ਹੈ, ਉਸ ਦੇ ਵਿਅਕਤਿਤਵ ਦੀ, ਜੋ ਉਸਦੀ ਸ਼ਖਸੀਅਤ ਦੀ ਜਾਂ ਉਸਦੀ ਆਪੇ ਦੀ ਸ਼ਮੂਲੀਅਤ ਹੋਣਾ ਉਸ ਦੀ ਰਚਨਾ ਦੇ ਵਿੱਚ ਬੇਹੱਦ ਜ਼ਰੂਰੀ ਹੈ। ਕਿਉਂਕਿ ਜੋ ਵਿਅਕਤੀ ਦੀ ਆਪਣੀ ਵਿਚਾਰਧਾਰਾ ਹੈ, ਆਪਣੇ ਨਿੱਜੀ ਵਿਚਾਰ ਹਨ ਜਾਂ ਉਸਦੇ ਮਨ ਦੇ ਭਾਵ ਹਨ, ਉਹ ਰਚਨਾ ਦੇ ਵਿੱਚ ਬਿਲਕੁਲ ਇਸੇ ਤਰ੍ਹਾਂ ਲੁਕੇ ਹੋਣੇ ਚਾਹੀਦੇ ਹਨ ਜਿਸ ਤਰ੍ਹਾਂ ਫੁੱਲ ਦੇ ਵਿੱਚ ਸੁਗੰਧ ਲੁਕੀ ਹੁੰਦੀ ਹੈ। ਪਰ ਇਸ ਦੇ ਬਾਵਜੂਦ ਵੀ ਪਾਠਕ ਜੋ ਹੈ ਉਸਨੂੰ ਇਸ ਗੱਲ ਦਾ ਗਿਆਨ ਹੋਣਾ ਚਾਹੀਦਾ ਹੈ ਕਿ ਇਹ ਵਿਚਾਰ ਜਾਂ ਇਹ ਭਾਵ ਜੋ ਹੈ ਇਸ ਨਿਬੰਧ ਦਾ ਮੁੱਖ ਵਿਸ਼ਾ ਹੈ। ਬੋਲੀ ਅਤੇ ਸ਼ੈਲੀ। ਕਿਉਂਕਿ ਬੋਲੀ ਅਤੇ ਸ਼ੈਲੀ ਜੋ ਹੈ, ਭਾਵ ਸ਼ੈਲੀ ਹੀ ਸ਼ਖਸੀਅਤ ਹੈ। ਬੋਲੀ ਅਤੇ ਸ਼ੈਲੀ ਤੋਂ ਹੀ ਕਿਸੇ ਲੇਖਕ ਦੀ ਰਚਨਾ ਦਾ ਜੋ ਹੈ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਜਿਵੇਂ ਪੰਜਾਬੀ ਦੇ ਵਿੱਚ ਗੁਰਬਖਸ਼ ਸਿੰਘ ਪ੍ਰੀਤਲੜੀ ਦੀ ਜੋ ਸ਼ੈਲੀ ਹੈ, ਕਿਉਂਕਿ ਉਹ ਸ਼ਬਦਾਂ ਦਾ ਜਾਦੂਗਰ ਹੈ, ਅਲੰਕ੍ਰਿਤ ਸ਼ੈਲੀ ਹੈ, ਔਰ ਉਸ ਦੀ ਸ਼ੈਲੀ ਸਦਕਾ ਹੀ ਪਾਠਕ ਜੋ ਹਨ ਉਸ ਦੀ ਰਚਨਾ ਦੇ ਨਾਲ ਬੱਝੇ ਰਹਿੰਦੇ ਹਨ। ਸੋ ਕਿਸੇ ਵੀ ਰਚਨਾ ਦੇ ਵਿੱਚ ਬੋਲੀ ਜਿਹੜੀ ਹੈ ਸਰਲ, ਸਰਸ ਅਤੇ ਸੁਭਾਵਿਕ ਰੂਪ ਦੇ ਵਿੱਚ ਪੇਸ਼ ਹੋਣੀ ਚਾਹੀਦੀ ਹੈ, ਤਾਂ ਜੋ ਆਮ ਪਾਠਕ ਵੀ ਜੋ ਹੈ ਉਸ ਰਚਨਾ ਦਾ ਜੋ ਆਨੰਦ ਹੈ ਉਹ ਮਾਣ ਸਕੇ। ਇਸ ਤੋਂ ਅੱਗੇ ਆ ਜਾਂਦੀ ਹੈ ਸੁਹਿਰਦਤਾ। ਕਿਉਂਕਿ ਨਿਬੰਧਕਾਰ ਜੋ ਹੈ, ਜੇਕਰ ਉਹ ਸੁਹਿਰਦ ਹੈ ਆਪਣੇ ਵਿਸ਼ੇ ਨੂੰ ਪ੍ਰਗਟਾਉਣ ਦੇ ਵਿੱਚ, ਆਪਣੇ ਭਾਵਾਂ ਨੂੰ ਪ੍ਰਗਟਾਉਣ ਦੇ ਵਿੱਚ, ਅਤੇ ਉਹ ਵੀ ਰਚਨਾ ਜਿਹੜੀ ਹੈ ਪਾਠਕਾਂ ਦੇ ਉੱਤੇ ਬੇਹੱਦ ਪ੍ਰਭਾਵਸ਼ਾਲੀ ਸਿੱਧ ਹੁੰਦੀ ਹੈ। ਫਿਰ ਹੈ ਮੌਲਿਕਤਾ। ਕਿਉਂਕਿ ਜੋ ਮਨੁੱਖ ਦੀ ਆਪਣੀ ਸੋਚ ਹੈ, ਆਪਣਾ ਦ੍ਰਿਸ਼ਟੀਕੋਣ ਹੈ, ਆਪਣਾ ਵਿਚਾਰ ਹੈ, ਉਹ ਉਸਦਾ ਨਿੱਜੀ ਵਿਚਾਰ ਹੋਣਾ ਚਾਹੀਦਾ ਹੈ, ਤਾਂ ਹੀ ਉਹ ਆਪਣੇ ਨਿਬੰਧ ਦੇ ਵਿੱਚ ਮੌਲਿਕਤਾ ਭਰਨ ਦੇ ਵਿੱਚ ਸਫਲ ਹੋ ਸਕਦਾ ਹੈ। ਕਿਉਂਕਿ ਨਿਬੰਧ ਜੋ ਹੈ ਇਸ ਦੇ ਵਿੱਚ ਜੋ ਉਦਾਰੇ ਵਿਚਾਰ ਜੋ ਹਨ ਉਹ ਪਾਠਕ ਨੂੰ ਪ੍ਰਭਾਵਿਤ ਕਰਨ ਦੇ ਲਈ ਸਫਲ ਨਹੀਂ ਹੋ ਸਕਦੇ। ਮੌਲਿਕਤਾ ਦਾ ਹੋਣਾ ਬੇਹੱਦ ਜ਼ਰੂਰੀ ਹੈ। ਜਿਸ ਵੀ ਵਿਸ਼ੇ ਦੇ ਬਾਰੇ ਲੇਖਕ ਆਪਣੇ ਨਿਬੰਧ ਦੀ ਸਿਰਜਣਾ ਕਰ ਰਿਹਾ ਹੈ, ਉਸ ਵਿੱਚ ਪੇਸ਼ ਵਿਚਾਰ ਜੋ ਹਨ ਉਹ ਉਸਦੇ ਆਪਣੇ ਨਿੱਜੀ ਵਿਚਾਰ ਹੋਣੇ ਚਾਹੀਦੇ ਹਨ, ਔਰ ਉਹਨਾਂ ਨੂੰ ਬੜੇ ਹੀ ਤਰਕਮਈ ਅੰਦਾਜ਼ ਦੇ ਵਿੱਚ ਜੋ ਹੈ ਨਿਭਾਉਣਾ ਵੀ ਬੇਹੱਦ ਜ਼ਰੂਰੀ ਹੈ। ਫਿਰ ਹੈ ਸਰਲਤਾ ਅਤੇ ਸਪਸ਼ਟਤਾ। ਜਿਵੇਂ ਕਿ ਮੈਂ ਪਹਿਲਾਂ ਵੀ ਕਿਹਾ ਸੀ ਕਿ ਸਰਲਤਾ ਅਤੇ ਸਪਸ਼ਟਤਾ ਜੋ ਹੈ ਕਿਸੇ ਵੀ ਰਚਨਾ ਦਾ ਸਭ ਤੋਂ ਵੱਡਾ ਗਹਿਣਾ ਹੁੰਦਾ ਹੈ। ਕਿਉਂਕਿ ਅੱਜ ਦੇ ਦੌਰ ਦੇ ਵਿੱਚ ਸਰਲ ਲਿਖਣਾ ਬਹੁਤ ਔਖਾ ਹੈ, ਔਰ ਜੋ ਕਠਿਨ ਲਿਖਣਾ ਬੜਾ ਸੌਖਾ ਹੁੰਦਾ ਜਾ ਰਿਹਾ ਹੈ। ਸੋ ਜੋ ਲੇਖਕ ਜੋ ਹੈ ਆਪਣੇ ਵਿਸ਼ੇ ਦੇ ਪ੍ਰਤੀ ਸਪਸ਼ਟ ਹੋਵੇਗਾ, ਉਸਦੇ ਵਿਚਾਰ ਮੌਲਿਕ ਹੋਣਗੇ, ਆਪਣੇ ਦਿਮਾਗ ਦੀ ਉਪਜ ਹੋਵੇਗੀ, ਉਸਦੇ ਦਿਲ 'ਚੋਂ ਨਿਕਲੇ ਹੋਣਗੇ, ਉਸਦੀ ਭਾਸ਼ਾ ਜੋ ਹੈ ਉਹ ਆਪਣੇ ਆਪ ਸਰਲ, ਕਿਉਂਕਿ ਦਿਲੋਂ ਨਿਕਲੇ ਸ਼ਬਦ ਜਿਹੜੇ ਹਨ ਉਹ ਦਿਲਾਂ ਤੱਕ ਮਾਰ ਕਰਦੇ ਹਨ। ਉਹ ਇਸੇ ਕਰਕੇ ਦਿਲਾਂ ਤੱਕ ਪੁੱਜਦੇ ਹਨ ਕਿਉਂਕਿ ਉਹਨਾਂ ਦੇ ਵਿੱਚ ਸਰਲਤਾ ਹੁੰਦੀ ਹੈ, ਕੋਈ ਬਨਾਵਟ ਨਹੀਂ ਹੁੰਦੀ। ਸੋ ਜੋ ਨਿਬੰਧਕਾਰ ਹੈ ਉਸ ਦੀ ਭਾਸ਼ਾ ਦਾ ਸਰਲ ਹੋਣ ਦੇ ਨਾਲ ਨਾਲ ਉਸ ਦਾ ਆਪਣੇ ਵਿਸ਼ੇ ਦੇ ਪ੍ਰਤੀ ਸਪਸ਼ਟ ਹੋਣਾ ਵੀ ਬੇਹੱਦ ਜ਼ਰੂਰੀ ਹੈ, ਜੋ ਕਿ ਲੇਖਕ ਖੁਦ ਅਗਰ ਆਪਣੇ ਵਿਸ਼ੇ ਦੇ ਪ੍ਰਤੀ ਸਪਸ਼ਟ ਹੈ ਤਾਂ ਉਹ ਬੜੀ ਸਪਸ਼ਟਤਾ ਦੇ ਨਾਲ ਆਪਣੇ ਪਾਠਕ ਨੂੰ ਵੀ ਗਿਆਨ ਦੇਣ ਦੇ ਵਿੱਚ ਸਫਲ ਹੋ ਸਕਦਾ ਹੈ। ਅੱਗੇ ਆ ਜਾਂਦਾ ਹੈ ਸੰਖੇਪਤਾ। ਕਿਉਂਕਿ ਸੰਖੇਪਤਾ ਵੀ ਜੋ ਹੈ ਉਹ ਵੀ ਕਿਸੇ ਵੀ ਰਚਨਾ ਦਾ ਬਹੁਤ ਵੱਡਾ ਗਹਿਣਾ ਹੁੰਦੀ ਹੈ। ਕਿਉਂਕਿ ਜੇਕਰ ਅਸੀਂ ਆਪਣੇ ਜੋ ਵਿਸ਼ਾ ਚੁਣਿਆ ਹੈ ਉਸ ਦੇ ਨਾਲ ਸੰਬੰਧਿਤ ਆਪਣੇ ਭਾਵਾਂ ਨੂੰ, ਆਪਣੇ ਵਿਚਾਰਾਂ ਨੂੰ ਥੋੜ੍ਹੇ ਸ਼ਬਦਾਂ ਦੇ ਵਿੱਚ, ਭਾਵ ਗਾਗਰ ਵਿੱਚ ਸਾਗਰ ਭਰਨ ਵਾਲੀ ਗੱਲ ਕਰਾਂਗੇ ਤਾਂ ਉਹ ਰਚਨਾ ਜੋ ਹੈ ਪਾਠਕਾਂ ਦੇ ਦਿਲਾਂ ਤੱਕ ਲੰਮੇ ਵਕਤ ਤੱਕ ਜੋ ਹੈ ਉਹ ਅਸਰ ਕਰਨ ਵਿੱਚ ਕਾਮਯਾਬ ਹੋ ਸਕਦੀ ਹੈ। ਕਿਉਂਕਿ ਕੌਲੀਅਰ ਨੇ ਵੀ, ਜੋ ਅੰਗਰੇਜ਼ ਵਿਦਵਾਨ ਹੈ, ਉਹਨਾਂ ਨੇ ਇਹ ਸਪਸ਼ਟ ਕੀਤਾ ਹੈ ਕਿ ਕਿਸੇ ਵੀ ਨਿਬੰਧਕਾਰ ਨੂੰ ਆਪਣੀ ਰਚਨਾ ਦੇ ਵਿੱਚ ਆਪਣੀ ਗੱਲ ਨੂੰ ਬੇਹੱਦ ਲਮਕਾਉਣਾ ਨਹੀਂ ਚਾਹੀਦਾ। ਆਪਣੀ ਗੱਲ ਟੂ ਦਾ ਪੁਆਇੰਟ ਬੜੇ ਸਟੀਕ ਸ਼ਬਦਾਂ ਦੇ ਵਿੱਚ ਔਰ ਸੰਖੇਪਤਾ ਦੇ ਵਿੱਚ ਕਰਨੀ ਚਾਹੀਦੀ ਹੈ। ਫਿਰ ਹੈ ਰੌਚਕਤਾ। ਕਿਉਂਕਿ
ਜੇਕਰ ਲੇਖਕ ਜੋ ਹੈ ਉਸਦੀ ਸ਼ੈਲੀ ਜੋ ਹੈ ਉਹ ਸਰਲ ਹੈ, ਸਪਸ਼ਟ ਹੈ, ਤਾਂ ਉਸ ਦੀ ਰਚਨਾ ਦੇ ਵਿੱਚ ਰੌਚਕਤਾ ਜੋ ਹੈ ਉਹ ਆਪ ਮੁਹਾਰੇ ਪੈਦਾ ਹੋ ਜਾਵੇਗੀ। ਔਰ ਰੌਚਕਤਾ ਦਾ ਹੋਣਾ ਬੇਹੱਦ ਜ਼ਰੂਰੀ ਵੀ ਹੈ। ਜੇਕਰ ਲੇਖਕ ਆਪਣੇ ਵਿਚਾਰਾਂ ਦੇ ਵਿੱਚ, ਆਪਣੇ ਭਾਵਾਂ ਦੇ ਵਿੱਚ ਨੂੰ ਜੋ ਹੈ ਰੌਚਕ ਬਣਾ ਕੇ ਪੇਸ਼ ਕਰਨ ਦੇ ਵਿੱਚ ਸਫਲ ਨਹੀਂ ਹੋ ਸਕਦਾ, ਤਾਂ ਉਹ ਰਚਨਾ ਜੋ ਹੈ ਪਾਠਕਾਂ ਦੇ ਦਿਲਾਂ ਉੱਤੇ ਪ੍ਰਭਾਵ ਪਾਉਣ ਦੇ ਵਿੱਚ ਸਫਲ ਨਹੀਂ ਹੋਵੇਗੀ। ਪਾਠਕ ਨੂੰ ਰਚਨਾ ਦੇ ਨਾਲ ਬੰਨ੍ਹ ਕੇ ਰੱਖਣ ਦੇ ਲਈ ਜਾਂ ਪਾਠਕ ਨੂੰ ਆਪਣੇ ਨਾਲ ਉਂਗਲੀ ਲਾ ਕੇ ਤੋਰਨ ਦੇ ਲਈ ਲੇਖਕ ਦੇ ਜੋ ਵਿਧਾ ਹੈ, ਜੋ ਵਿਸ਼ਾ ਹੈ, ਉਸ ਦੇ ਵਿੱਚ ਰੌਚਕਤਾ ਦਾ ਹੋਣਾ ਬੇਹੱਦ ਜ਼ਰੂਰੀ ਹੈ। ਅਤੇ ਸਭ ਤੋਂ ਵੱਡੀ ਗੱਲ ਹੈ ਉਦੇਸ਼। ਜੋ ਵੀ ਅਸੀਂ ਰਚਨਾ ਕਰਦੇ ਹਾਂ ਉਸ ਦਾ ਮੂਲ ਉਦੇਸ਼ ਜੋ ਹੈ ਪਾਠਕਾਂ ਦਾ ਗਿਆਨ ਵਰਧਨ ਕਰਨਾ ਹੋਣਾ ਚਾਹੀਦਾ ਹੈ, ਅਤੇ ਗਿਆਨ ਦੇ ਨਾਲ ਨਾਲ ਮਨੋਰੰਜਨ। ਭਾਵ ਲੇਖਕ ਜੋ ਹੈ ਜੇਕਰ ਆਪਣੇ ਵਿਚਾਰਾਂ ਨੂੰ ਸਰਲ ਸਪਸ਼ਟ ਅੰਦਾਜ਼ ਦੇ ਵਿੱਚ ਪੇਸ਼ ਕਰਦਾ ਹੈ, ਆਪਣੀ ਗੱਲ ਨੂੰ ਮੌਲਿਕ ਰੰਗਣ ਦੇ ਕੇ ਪਾਠਕ ਨੂੰ ਜੋ ਹੈ ਆਪਣੀ ਗੱਲ ਸਮਝਾਉਣ ਦਾ ਯਤਨ ਕਰਦਾ ਹੈ, ਕਿਉਂਕਿ ਕਿਸੇ ਵੀ ਰਚਨਾ ਦਾ, ਸਾਹਿਤਕ ਰਚਨਾ ਦਾ ਮੁੱਖ ਮਨੋਰਥ ਜੋ ਹੈ ਉਹ ਕਲਾ ਜੋ ਹੈ ਸਮਾਜ ਦੇ ਲਈ ਹੈ। ਸਮਾਜ ਨੂੰ ਕੋਈ ਸਿੱਖਿਆ, ਕੋਈ ਦਿਸ਼ਾ, ਕੋਈ ਸੇਧ ਦੇਣੀ ਬੇਹੱਦ ਜ਼ਰੂਰੀ ਹੁੰਦੀ ਹੈ। ਪਰ ਉਸ ਦੇ ਵਿੱਚ ਜੋ ਵੀ ਉਸਦਾ ਉਦੇਸ਼ ਹੈ, ਜੋ ਵੀ ਉਸਦਾ ਮਨੋਰਥ ਹੈ, ਉਹ ਰਚਨਾ ਦੇ ਵਿੱਚ ਲੁਕਿਆ ਹੋਣਾ ਚਾਹੀਦਾ ਹੈ। ਜਿਵੇਂ ਫੁੱਲ ਦੇ ਵਿੱਚ ਸੁਗੰਧੀ ਲੁਕੀ ਹੁੰਦੀ ਹੈ, ਰਚਨਾ ਦੇ ਵਿੱਚ ਸਿੱਧਾ ਪ੍ਰਚਾਰ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਲੇਖਕ ਨੂੰ। ਸੋ ਇਸ ਤੋਂ ਬਾਅਦ ਆ ਜਾਂਦਾ ਹੈ ਪੰਜਾਬੀ ਦੇ ਜੋ ਪ੍ਰਮੁੱਖ ਨਿਬੰਧਕਾਰ ਹੋਏ ਹਨ ਹੁਣ ਤੱਕ, ਉਹਨਾਂ ਦਾ ਵੀ ਅਸੀਂ ਵੇਰਵਾ ਦੇਣਾ ਜ਼ਰੂਰੀ ਸਮਝਦੇ ਹਾਂ। ਪੰਜਾਬੀ ਦੇ ਸਭ ਤੋਂ ਜੋ ਮੁੱਢਲੇ ਨਿਬੰਧਕਾਰ ਹਨ ਉਹਨਾਂ ਦੇ ਵਿੱਚ ਪ੍ਰੋਫੈਸਰ ਪੂਰਨ ਸਿੰਘ ਦਾ ਨਾਮ ਆਉਂਦਾ ਹੈ, ਕਿਉਂਕਿ ਪ੍ਰੋਫੈਸਰ ਪੂਰਨ ਸਿੰਘ ਜੋ ਹਨ ਇਹਨਾਂ ਦੇ ਵਿਚਾਰ ਕਾਰਲਾਈਲ ਤੋਂ ਪ੍ਰਭਾਵਿਤ ਸਨ। ਹਾਲਾਂਕਿ ਪੰਜਾਬੀ ਜੋ ਨਿਬੰਧ ਹੈ ਇਹ ਪੱਛਮ ਦੀ ਦੇਣ ਹੈ, ਔਰ ਪੱਛਮ ਦੇ ਵਿੱਚ ਬੇਕਨ, ਰਸਕਿਨ, ਐਮਰਸਨ, ਕਾਰਲਾਈਲ ਜਾਂ ਫਿਰ ਚਾਰਲਸ ਲੈਂਬ ਜੋ ਹਨ ਉਹ ਨਿਬੰਧ ਨੂੰ ਕਾਫੀ ਸ਼ਿਖਰਾਂ 'ਤੇ ਪਹੁੰਚਾਉਣ ਦੇ ਵਿੱਚ ਸਫਲ ਹੋਏ ਸਨ। ਔਰ ਉਹਨਾਂ ਹੀ ਕੈਟਾਗਰੀਜ਼ ਦੇ ਵਿੱਚ ਜਾਂ ਉਹਨਾਂ ਦੇ ਵਰਗੀਕਰਨ ਦੇ ਵਿੱਚ ਹੀ, ਉਹਨਾਂ ਦੇ ਵਰਗ ਦੇ ਵਿੱਚ ਹੀ ਜੋ ਹੈ ਅਸੀਂ ਪ੍ਰੋਫੈਸਰ ਪੂਰਨ ਸਿੰਘ ਨੂੰ ਵੀ ਰੱਖ ਸਕਦੇ ਹਾਂ, ਜਿਨ੍ਹਾਂ ਦੀ ਸ਼ੈਲੀ ਜਿਹੜੀ ਹੈ ਬਿਲਕੁਲ ਸਰਲ ਅਤੇ ਨਿਵੇਕਲੀ ਰੰਗਣ ਵਾਲੀ ਹੈ। ਔਰ ਪ੍ਰੋਫੈਸਰ ਪੂਰਨ ਸਿੰਘ ਜੋ ਹਨ ਇਹਨਾਂ ਦੀ ਮੁੱਢਲੀ ਪੁਸਤਕ ਜਿਹੜੀ ਹੈ ਉਹ ਖੁੱਲ੍ਹੇ ਲੇਖ ਹੈ, ਕਿਉਂਕਿ ਸ਼ੁਰੂ ਦੇ ਵਿੱਚ ਨਿਬੰਧ ਨੂੰ ਲੇਖ ਹੀ ਕਿਹਾ ਜਾਂਦਾ ਸੀ। ਹਾਲਾਂਕਿ ਲੇਖ ਅਤੇ ਨਿਬੰਧ ਦੇ ਵਿੱਚ ਫਰਕ ਹੈ, ਕਿਉਂਕਿ ਲੇਖ ਜੋ ਹੈ ਉਹ ਦਾ ਸੰਖੇਪ ਵੀ ਹੁੰਦਾ ਹੈ ਔਰ ਟੂ ਦਾ ਪੁਆਇੰਟ ਉਸ ਦੇ ਵਿੱਚ ਜਾਣਕਾਰੀ ਹੁੰਦੀ ਹੈ। ਪਰ ਨਿਬੰਧ ਜੋ ਹੈ ਉਸ ਦੇ ਵਿੱਚ ਲੇਖਕ ਦੀ ਜੋ ਸ਼ਖਸੀਅਤ ਹੈ ਉਹ ਉਗੜਨੀ ਬੇਹੱਦ ਜ਼ਰੂਰੀ ਹੁੰਦੀ ਹੈ। ਇਸ ਤੋਂ ਬਾਅਦ ਆ ਜਾਂਦੇ ਹਨ ਪੰਜਾਬੀ ਦੇ ਵਿੱਚ ਪ੍ਰਿੰਸੀਪਲ ਤੇਜਾ ਸਿੰਘ। ਪ੍ਰਿੰਸੀਪਲ ਤੇਜਾ ਸਿੰਘ ਜੋ ਹਨ ਇਹਨਾਂ ਨੂੰ ਜੋ ਹੈ ਕਹਿ ਸਕਦੇ ਹਾਂ ਕਿ ਇਹਨਾਂ ਨੇ ਪੰਜਾਬੀ ਜੋ ਨਿਬੰਧ ਹੈ ਜਾਂ ਪੰਜਾਬੀ ਸਾਹਿਤ ਰੂਪ ਨਿਬੰਧ ਹੈ, ਇਸ ਨੂੰ ਸ਼ਾਸਤਰੀ ਰੂਪ ਦੇਣ ਦੇ ਵਿੱਚ ਜਾਂ ਇਸ ਨੂੰ ਨਿਖਾਰਨ ਦੇ ਵਿੱਚ, ਇਸ ਨੂੰ ਸੰਵਾਰਨ ਦੇ ਵਿੱਚ ਆਪਣਾ ਚੋਖਾ ਯੋਗਦਾਨ ਪਾਇਆ ਹੈ। ਇਹਨਾਂ ਦੀ ਜੋ ਸਾਹਿਤ ਨੂੰ ਦੇਣ ਹੈ, ਨਿਬੰਧ ਸਾਹਿਤ ਨੂੰ ਦੇਣ ਹੈ, ਉਹ ਬੜੀ ਨਿਵੇਕਲੀ ਕਿਸਮ ਦੀ ਹੈ, ਕਿਉਂਕਿ ਇਹਨਾਂ ਨੇ ਖੋਜੀ ਉਪਜੈ ਵਾਦੀ ਬਿਨਸੈ ਦੀ ਉਕਤੀ ਜੋ ਹੈ ਗੁਰਬਾਣੀ ਦੀ, ਖੋਜੀ ਉਪਜੈ ਵਾਦੀ ਬਿਨਸੈ ਨੂੰ ਜੋ ਹੈ ਇੱਕ ਤਰ੍ਹਾਂ ਦੇ ਨਾਲ ਪ੍ਰਚਾਰਿਤ ਕੀਤਾ ਹੈ, ਵਾਦੀ ਬਿਨਸੈ। ਸੋ ਪ੍ਰਿੰਸੀਪਲ ਤੇਜਾ ਸਿੰਘ ਜੋ ਹਨ ਪੰਜਾਬੀ ਨਿਬੰਧ ਦੇ ਵਿੱਚ ਇਹਨਾਂ ਦਾ ਆਗਮਨ ਜੋ ਹੈ ਉਹ ਪੰਜਾਬੀ ਨਿਬੰਧ ਨੂੰ ਬੁਲੰਦੀਆਂ ਵੱਲ ਲੈ ਕੇ ਜਾਣ ਦੇ ਵਿੱਚ ਸਫਲ ਹੁੰਦਾ ਹੈ, ਕਿਉਂਕਿ ਇਹਨਾਂ ਦੀ ਛੋਟੇ ਛੋਟੇ ਵਾਕ ਜੋ ਹਨ, ਔਰ ਵੈਸੇ ਵੀ ਇਹਨਾਂ ਨੇ ਸਿੱਧੇ ਪੱਛਮ ਤੋਂ ਪ੍ਰਭਾਵਿਤ ਹੋਣ ਸਦਕਾ, ਪੱਛਮੀ ਸਾਹਿਤ ਦਾ ਅਧਿਐਨ ਕਰਨ ਸਦਕਾ ਜੋ ਹੈ ਪੰਜਾਬੀ ਨਿਬੰਧ ਨੂੰ ਨਵੀਆਂ ਲੀਹਾਂ 'ਤੇ ਤੋਰਦਿਆਂ ਹੋਇਆਂ ਸ਼ਿਖਰ ਵੱਲ ਨੂੰ ਕਦਮ ਵਧਾਏ ਪੰਜਾਬੀ ਨਿਬੰਧ ਸਾਹਿਤ ਦੇ। ਇਹਨਾਂ ਤੋਂ ਅੱਗੇ ਆ ਜਾਂਦੇ ਹਨ ਗੁਰਬਖਸ਼ ਸਿੰਘ ਪ੍ਰੀਤਲੜੀ। ਜਿਵੇਂ ਕਿ ਇਹਨਾਂ ਦੀ ਤਾਂ ਨਿਵੇਕਲੀ ਪਛਾਣ ਹੀ ਹੈ। ਇਹਨਾਂ ਦਾ ਜੋ ਗਦ ਲੇਖਣ ਦਾ ਜੋ ਅੰਦਾਜ਼ ਹੈ ਉਹ ਬਿਲਕੁਲ ਨਿਵੇਕਲਾ ਹੈ, ਕਿਉਂਕਿ ਇਹ ਸ਼ਬਦਾਂ ਦੇ ਜਾਦੂਗਰ ਹਨ। ਇਹਨਾਂ ਦੀ ਸ਼ੈਲੀ ਜੋ ਹੈ ਉਹ ਬੇਹੱਦ ਸਰਸ ਹੈ, ਭਾਵ ਪਾਠਕ ਨੂੰ ਮੋਹ ਲੈਂਦੀ ਹੈ, ਪਾਠਕ ਨੂੰ ਪ੍ਰਭਾਵਿਤ ਕਰਦੀ ਹੈ। ਔਰ ਇਹਨਾਂ ਦੀ ਜੋ
ਨਿਬੰਧ ਰਚਨਾਵਾਂ ਹਨ ਉਹਨਾਂ ਦੇ ਵਿੱਚ ਵਿਸ਼ਿਆਂ ਦੀ ਵੀ ਵੰਨ ਸੁਵੰਨਤਾ ਹੈ, ਔਰ ਵਿਸ਼ਿਆਂ ਦੀ ਵੰਨ ਸੁਵੰਨਤਾ ਦੇ ਨਾਲ ਨਾਲ ਇਹਨਾਂ ਦੇ ਕੋਲ ਸ਼ਬਦ ਭੰਡਾਰ ਵੀ ਬੜਾ ਅਮੀਰ ਹੈ, ਜਿਸ ਸਦਕਾ ਇਹ ਪਾਠਕ ਨੂੰ ਆਪਣੇ ਨਾਲ ਤੋਰਨ ਦੇ ਵਿੱਚ, ਉਂਗਲੀ ਫੜ ਕੇ ਆਪਣੇ ਨਾਲ ਤੋਰਨ ਦੇ ਵਿੱਚ ਜਾਂ ਆਪਣੀ ਰਚਨਾ ਦੇ ਨਾਲ ਬੰਨ੍ਹ ਕੇ ਰੱਖਣ ਦੇ ਵਿੱਚ ਸਫਲ ਸਿੱਧ ਹੁੰਦੇ ਹਨ। ਇਹਨਾਂ ਤੋਂ ਬਾਅਦ ਆ ਜਾਂਦੇ ਹਨ ਹਰਿੰਦਰ ਸਿੰਘ ਰੂਪ। ਹਰਿੰਦਰ ਸਿੰਘ ਰੂਪ ਜੋ ਹੈ ਪੰਜਾਬੀ ਨਿਬੰਧ ਕਲਾ ਵਿੱਚ ਇੱਕ ਸੂਖਮ ਹਾਸਰਸ ਤੇ ਬੌਧਿਕ ਵਿਅੰਗ ਸਦਕਾ ਨਵੀਨ ਸੰਭਾਵਨਾਵਾਂ ਨੂੰ ਜੋ ਹੈ ਉਜਾਗਰ ਕਰਦਾ ਹੈ ਪੰਜਾਬੀ ਨਿਬੰਧ ਸਾਹਿਤ ਦੀਆਂ। ਅਤੇ ਕਪੂਰ ਸਿੰਘ ਜੋ ਹਨ, ਇਹਨਾਂ ਨੂੰ ਵੀ ਅਸੀਂ ਜੋ ਹੈ ਇੱਕ ਨਿਵੇਕਲੀ ਜਾਂ ਪ੍ਰੌੜ ਸ਼ੈਲੀ ਵਾਲੇ ਨਿਬੰਧਕਾਰ ਕਹਿ ਸਕਦੇ ਹਾਂ। ਅਤੇ ਲਾਲ ਸਿੰਘ ਕਮਲਾ ਅਕਾਲੀ ਜੋ ਹਨ, ਇਹਨਾਂ ਦੀ ਸ਼ੈਲੀ ਜਿਹੜੀ ਹੈ ਇਹ ਬਿਲਕੁਲ ਮੌਲਿਕ ਅੰਦਾਜ਼ ਦੇ ਵਿੱਚ ਇਹ ਲਿਖਦੇ ਹਨ, ਅਤੇ ਇਹਨਾਂ ਨੇ ਨਿਬੰਧ ਸਾਹਿਤ ਨੂੰ ਜੋ ਹੈ ਬੇਹੱਦ ਹੀ ਵਿਕਾਸ ਜਾਂ ਵਿਕਸਿਤ ਕਰਦਿਆਂ ਹੋਇਆਂ ਇੱਕ ਤਰ੍ਹਾਂ ਦੇ ਨਾਲ ਨਿਬੰਧ ਕਲਾ ਦੇ ਉਸਤਾਦ ਹਨ। ਇਹਨਾਂ ਨੇ ਪੰਜਾਬੀ ਨਿਬੰਧ ਸਾਹਿਤ ਨੂੰ ਜੋ ਹੈ ਨਵੀਆਂ ਲੀਹਾਂ 'ਤੇ ਤੋਰਿਆ। ਔਰ ਪ੍ਰੋਫੈਸਰ ਸਾਹਿਬ ਸਿੰਘ, ਡਾਕਟਰ ਬਲਬੀਰ ਸਿੰਘ ਅਤੇ ਪ੍ਰੋਫੈਸਰ ਸਾਹਿਬ ਸਿੰਘ ਜੋ ਹਨ, ਇਹ ਇੱਕ ਕਹਿ ਸਕਦੇ ਹਾਂ ਕਿ ਧਾਰਮਿਕ ਨਿਬੰਧਕਾਰ ਹਨ, ਪਰ ਇਹਨਾਂ ਦੀ ਸ਼ੈਲੀ ਜਿਹੜੀ ਹੈ ਉਹ ਬੇਹੱਦ ਨਿਵੇਕਲੀ ਹੈ। ਸ਼ੈਲੀ ਦੇ ਉਸਤਾਦ ਕਹਿ ਸਕਦੇ ਹਾਂ, ਸ਼੍ਰੇਸ਼ਠ ਸ਼ੈਲੀਕਾਰ ਹਨ। ਸੋ ਇਸ ਦੇ ਨਾਲ ਹੋਰ ਵੀ ਬਹੁਤ ਸਾਰੇ ਨਿਬੰਧਕਾਰ ਹੋਏ ਹਨ ਪੰਜਾਬੀ ਸਾਹਿਤ ਦੇ ਵਿੱਚ, ਔਰ ਉਹਨਾਂ ਨੇ ਪੰਜਾਬੀ ਨਿਬੰਧ ਸਾਹਿਤ ਦੀ ਝੋਲੀ ਨੂੰ ਜੋ ਹੈ ਨੱਕੋ ਨੱਕ ਭਰਿਆ ਹੈ। ਸੋ ਉਮੀਦ ਹੈ ਕਿ ਵਿਦਿਆਰਥੀਆਂ ਨੂੰ ਨਿਬੰਧ ਸਾਹਿਤ ਬਾਰੇ ਕੀਤੀ ਗਈ ਇਹ ਚਰਚਾ ਜੋ ਹੈ ਬੇਹੱਦ ਪਸੰਦ ਆਵੇਗੀ, ਔਰ ਇਸ ਚਰਚਾ ਦੇ ਨਾਲ ਜੋ ਹੈ ਵਿਦਿਆਰਥੀਆਂ ਦਾ ਜੋ ਹੈ ਇੱਕ ਤਰ੍ਹਾਂ ਦੇ ਨਾਲ ਗਿਆਨ ਭੰਡਾਰ ਦੇ ਵਿੱਚ ਵਾਧਾ ਹੋਵੇਗਾ। ਉਮੀਦ ਕਰਦੇ ਹਾਂ ਕਿ ਜੋ ਵੀ ਵਿਦਿਆਰਥੀ ਇਸ ਚੈਨਲ ਨੂੰ ਸੁਣ ਰਹੇ ਹਨ, ਉਹਨਾਂ ਨੂੰ ਇਹ ਚੈਨਲ ਜੇਕਰ ਪਸੰਦ ਆ ਰਿਹਾ ਹੈ ਅਤੇ ਅੱਗੇ ਹੋਰ ਵਿਦਿਆਰਥੀਆਂ ਦੇ ਨਾਲ ਸਾਂਝਾ ਕਰਦੇ ਰਹਿਣ, ਤਾਂ ਜੋ ਚੈਨਲ ਦੁਆਰਾ ਕੀਤਾ ਗਿਆ ਇਹ ਉਪਰਾਲਾ ਜੋ ਹੈ ਵਿਦਿਆਰਥੀਆਂ ਦੀ ਪੜ੍ਹਾਈ ਦੇ ਵਿੱਚ ਉਹਨਾਂ ਦੇ ਸਹਾਇਕ ਸਿੱਧ ਹੋਣ ਦਾ ਜੋ ਉਪਰਾਲਾ ਹੈ, ਇੱਕ ਕੋਸ਼ਿਸ਼ ਹੈ, ਉਹ ਕੋਸ਼ਿਸ਼ ਕਾਮਯਾਬ ਹੋ ਸਕੇ। ਸੋ ਇਸੇ ਉਮੀਦ ਦੇ ਨਾਲ ਮਿਲਾਂਗੇ ਕਿਸੇ ਅਗਲੇ ਵੀਡੀਓ ਦੇ ਵਿੱਚ। ਤਦ ਤੱਕ ਲਈ ਇਜਾਜ਼ਤ। ਧੰਨਵਾਦ।